ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ। ਨਿਊਜ਼ ਟੀਵੀ 84 ਦੇ ਨਾਲ ਵੀਅਰਸ, ਦੁਨੀਆ ਵਿੱਚ ਇਸ ਵੇਲੇ 7 ਬਿਲੀਅਨ ਤੋਂ ਜ਼ਿਆਦਾ ਲੋਕ ਵਸਦੇ ਹਨ। ਇਹ ਲੋਕ ਅੱਡ-ਅੱਡ ਧਰਮਾਂ ਨੂੰ ਮੰਨਣ ਵਾਲੇ ਹਨ ਅਤੇ ਇਹਨਾਂ ਵਿੱਚ ਰੱਬ ਤੋਂ ਨਾਸਤਿਕ ਲੋਕ ਵੀ ਹਨ ਜਿਹੜੇ ਕਿ ਰੱਬ ਨੂੰ ਨਹੀਂ ਮੰਨਦੇ। ਪਰ ਇਹ ਨਾਸਤਿਕ ਵੀ ਕੁਦਰਤ ਦੇ ਨਿਯਮਾਂ, ਅੱਡ-ਅੱਡ ਮੌਸਮਾਂ ਤੇ ਹੋਰ ਕੁਦਰਤੀ ਜਲਵਿਆਂ ਦੇ ਕਾਇਲ ਜ਼ਰੂਰ ਹਨ। ਅੱਡ-ਅੱਡ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵਿੱਚ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਸਿੱਖ ਇਸ ਵੇਲੇ ਦੁਨੀਆ ਭਰ ਵਿੱਚ ਵਸਦੇ ਹਨ। ਦੁਨੀਆ ਦੇ ਦੂਸਰੇ ਵੱਡੇ ਧਰਮ ਜਿਵੇਂ ਕਿ ਈਸਾਈ, ਇਸਲਾਮ, ਬੁੱਧ ਧਰਮ, ਹਿੰਦੂ ਧਰਮ ਆਦਿ ਦੇ ਆਪਣੇ ਆਪਣੇ ਕੈਲੰਡਰ ਹਨ ਜਿਹੜੇ ਕਿ ਉਹਨਾਂ ਧਰਮਾਂ ਦੀ ਵੱਖਰੀ ਹੋਣ ਨੂੰ ਦਰਸਾਉਂਦੇ ਹਨ। ਸਿੱਖ ਕੌਮ ਨੂੰ 14 ਅਪ੍ਰੈਲ 2003 ਨੂੰ ਇਹ ਮਾਣ ਹਾਸਿਲ ਹੋਇਆ ਕਿ ਸਿੱਖ ਕੌਮ ਦੀ ਵੱਖਰੀ ਹੋਣ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਖਾਲਸਾ ਪੰਥ ਵੱਲੋਂ ਲੰਮੀ ਵਿਚਾਰ ਤੋਂ ਬਾਅਦ ਪ੍ਰਵਾਨਿਤ ਕੀਤਾ ਗਿਆ। ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਇਸ ਕੈਲੰਡਰ ਨੂੰ ਪੰਥ ਪ੍ਰਵਾਨਿਤ ਬਣਾਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਅਤੇ ਅੱਡ-ਅੱਡ ਸੰਸਥਾਵਾਂ ਨਾਲ ਸੰਬੰਧਿਤ ਵਿਦਵਾਨਾਂ ਦੀ ਇੱਕ 11 ਮੈਂਬਰੀ ਕਮੇਟੀ ਵੀ ਬਣਾਈ ਜਿਨ੍ਹਾਂ ਨੇ ਇਸ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ। ਵੀਅਰਸ, ਇਹ ਕੈਲੰਡਰ ਗੁਰਬਾਣੀ ਵਿੱਚ ਦਰਜ 12 ਮਾਹ ਪੰਜਾਬ ਦੇ ਮੌਸਮ ਅਤੇ ਰੁੱਤਾਂ ਅਨੁਸਾਰ ਹੈ। ਇਸ ਕੈਲੰਡਰ ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਜਿਹੜੇ ਕਿ ਐਡਮਿੰਟਨ ਕੈਨੇਡਾ ਦੇ ਵਾਸੀ ਹਨ, ਇਹਨਾਂ ਨੇ ਮਾਡਰਨ ਕੈਲੰਡਰ ਸਾਇੰਸ ਦਾ ਡੂੰਘਾ ਅਧਿਐਨ ਕਰਕੇ ਇਸ ਨੂੰ ਸੋਲਰ ਬੇਸਡ ਮੋਸਟ ਮਾਡਰਨ ਕੈਲੰਡਰ ਦੇ ਤੌਰ ਤੇ ਪੰਥ ਦੀ ਝੋਲੀ ਵਿੱਚ ਪਾਇਆ। ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਪਹਿਲੀ ਚੇਤ 14 ਮਾਰਚ ਨੂੰ ਹੁੰਦੀ ਹੈ। ਅੱਜ ਪਹਿਲੀ ਚੇਤ 14 ਮਾਰਚ ਨੂੰ ਸਿੱਖ ਨਿਊ ਈਅਰ 546 ਦੇ ਮੌਕੇ ਅਸੀਂ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨਾਲ, ਜਿਨ੍ਹਾਂ ਦੇ ਜਥੇਦਾਰ ਹੁੰਦਿਆਂ ਮੂਲ ਨਾਨਕਸ਼ਾਹੀ ਕੈਲੰਡਰ 14 ਅਪ੍ਰੈਲ 2003 ਨੂੰ ਲਾਗੂ ਕੀਤਾ ਗਿਆ ਸੀ। ਤੇ ਜਥੇਦਾਰ ਸਾਹਿਬ ਹੁਣ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਸਾਹਿਬ, ਨਾਨਕਸ਼ਾਹੀ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ। ਇਸ ਮੁਬਾਰਕ ਮੌਕੇ ਤੇ ਤੁਸੀਂ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਲਾਇਆ ਹੋਇਆ ਨਿਰਮਲ ਪੰਥ ਸਮੁੱਚੇ ਸੰਸਾਰ ਦੇ ਵਿੱਚ ਫੈਲਿਆ ਹੈ। ਮੈਂ ਬਾਹਰ ਦੇਸ਼ ਪ੍ਰਦੇਸ਼ ਵਿੱਚ ਸਿੱਖ ਸੰਗਤਾਂ ਜੋ ਆਪਣੀ ਕਿਰਤ ਬਿਰਤ ਕਰਦੀਆਂ ਹੋਈਆਂ ਗੁਰੂ ਚਰਨਾਂ ਨਾਲ ਜੁੜ ਰਹੀਆਂ ਨੇ, ਮੈਂ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਜੀ। ਬੜੀ ਵੀਰ ਖੋਜ ਵਿਚਾਰ ਉਪਰੰਤ ਨਾਨਕਸ਼ਾਹੀ ਕੈਲੰਡਰ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਹਾਂਜੀ, ਜੋ ਸਮੁੱਚੇ ਜਗਤ ਦੇ ਸਿਆਣੇ ਵਿਦਵਾਨਾਂ ਨੇ ਵੀ ਔਰ ਸਮੁੱਚੇ ਜਗਤ ਵਿੱਚ ਇਸ ਨੂੰ ਬੜਾ ਭਾਵਨਾ ਸ਼ਰਧਾ ਦੇ ਨਾਲ ਪ੍ਰਵਾਨ ਕੀਤਾ ਔਰ ਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪਾਵਨ ਪ੍ਰਗਟ ਦਿਹਾੜੇ, ਜੋਤੀ ਜੋਤ ਸਮਾਉਣ ਦੇ ਪਾਵਨ ਦਿਹਾੜੇ, ਸ਼ਹੀਦਾਂ ਦੀਆਂ ਯਾਦਗਾਰਾਂ, ਵਿਸ਼ੇਸ਼ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾ ਰਹੇ ਨੇ ਔਰ ਕਈ ਸਾਲ ਹੋ ਗਏ ਨੇ ਇਸ ਕਾਰਜ ਨੂੰ ਹੋਇਆ ਨੂੰ। ਹਾਂਜੀ, ਮੈਂ ਸਮੁੱਚੇ ਜਗਤ ਨੂੰ ਇਹ ਬੇਨਤੀ ਕਰਾਂਗਾ ਕਿ ਨਾਨਕਸ਼ਾਹੀ ਕੈਲੰਡਰ ਇੱਕ ਜਿਕਣ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ, ਵਿਲੱਖਣ ਕੌਮ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੈ। ਪਰ ਕੁਝ ਲੋਕ ਇਸ ਨਾਨਕਸ਼ਾਹੀ ਕੈਲੰਡਰ ਦੇ ਤੇ ਕਈ ਕਿੰਤੂ ਪ੍ਰੰਤੂ ਕਰਦੇ ਨੇ। ਮੈਂ ਆਪਣੀ ਸੇਵਾ ਕਾਲ ਦੇ ਵਿੱਚ ਵੀ ਬੇਨਤੀ ਕੀਤੀ ਸੀ ਜੇ ਕਿਸੇ ਨੂੰ ਕੋਈ ਉਹਦੇ ਤੇ ਮੱਦਾਂ ਦੇ ਉੱਤੇ ਕੋਈ ਸ਼ੱਕ ਹੈ ਉਹ ਸਾਨੂੰ ਲਿਖਤੀ ਤੌਰ ਤੇ ਦੇਣ। ਅਸੀਂ 11 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਨਾਲ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਨੇ ਬੜੇ ਦੀਰਘ ਔਰ ਬੜੇ ਖਗੋਲ ਤੇ ਭੂਗੋਲਕ ਦੇ ਅਨੁਸਾਰ ਉਹ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀਗਾ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 12 ਮਾਹ ਤੁਖਾਰੀ ਰਾਗ ਦੇ ਵਿੱਚ ਜਿਹੜਾ ਚੇਤ ਬਸੰਤ ਭਲਾ ਚੇਤ ਤੋਂ ਆਰੰਭ ਹੁੰਦਾ ਹੈ, ਚੇਤ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਾਹ ਦੇ ਵਿੱਚ ਵੀ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਕੀਤਾ। ਚੇਤ ਦੇਸੀ ਸਾਲ ਸਾਡਾ ਚੇਤ ਤੋਂ ਸ਼ੁਰੂ ਹੁੰਦਾ ਹੈ ਔਰ ਇਸੇ ਮੁਤਾਬਕ ਹੀ ਸਿੱਖ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਭਾਵਨਾ ਸ਼ਬਦ ਦੇ ਨਾਲ ਮੰਨਣਾ ਚਾਹੀਦਾ ਹੈ। ਪਰ ਜੇ ਕਿਸੇ ਵੀਰਾਂ ਨੂੰ ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਕੋਈ ਸ਼ੱਕ ਹੈ ਉਹ ਲਿਖਤੀ ਤੌਰ ਤੇ ਅਕਾਲ ਤਖਤ ਨੂੰ ਭੇਜਣ ਔਰ ਨਹੀਂ ਤਾਂ ਸਾਰੇ ਜਿਹੜੇ ਪਾਵਨ ਦਿਹਾੜੇ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਣ। ਇਹ ਵਿਲੱਖਣ ਸਿੱਖ ਕੌਮ ਦਾ ਇੱਕ ਪ੍ਰਤੀਕ ਸਾਡਾ ਨਾਨਕਸ਼ਾਹੀ ਕੈਲੰਡਰ ਹੈ। ਮੈਂ ਸਾਰੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਫੇਰ ਹਾਰਦਿਕ ਵਧਾਈ ਦਿੰਦਾ ਹਾਂ ਔਰ ਇਹ
ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਸਿੱਖ ਧਰਮ ਦੀ ਵੇਲ ਹਰੀ ਭਰੀ ਰਹੇ ਔਰ ਗੁਰੂ ਚਰਨਾਂ ਦੇ ਨਾਲ ਸਿੱਖ ਸੰਗਤਾਂ ਜੁੜੀਆਂ ਰਹਿਣ ਔਰ ਸਾਡੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੇਸ਼ਾਂ ਪ੍ਰਦੇਸ਼ਾਂ 'ਚ ਹੋਵੇ। ਸਮੂਹ ਸਿੱਖ ਸੰਗਤ ਨੂੰ ਹਾਰਦਿਕ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਥੇਦਾਰ ਸਾਹਿਬ, ਜਿਸ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਪੰਥ ਨੇ ਲੰਮੀ ਵਿਚਾਰ ਤੋਂ ਬਾਅਦ ਪ੍ਰਵਾਨ ਕੀਤਾ, ਪਰ 2010 ਵਿੱਚ ਸੋਧਾਂ ਦੇ ਨਾਂ ਥੱਲੇ ਇਸ ਦਾ ਹਿੰਦੂਕਰਨ ਕਰ ਦਿੱਤਾ ਗਿਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ। ਐਸਾ ਕਿਉਂ ਹੋਇਆ ਅਤੇ ਇਸ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਸਨ, ਇਸ ਬਾਰੇ ਵੀ ਰੋਸ਼ਨੀ ਪਾਵੋ। ਗੱਲ ਜਿਹੜੀ ਹੁੰਦੀ ਹੈ ਜੀ, ਮਰਜ਼ਾਦਾ ਤੇ ਅਸੂਲ ਦੇ ਨਾਲ ਕੋਈ ਗੱਲ ਬਣਾਈ ਜਾਂਦੀ ਹੈ ਜੀ। ਉਹਦੇ ਵਿੱਚ ਕੈਲੰਡਰ ਜਿਸ ਤਰ੍ਹਾਂ ਵੀ ਸਾਰੀਆਂ ਕੌਮਾਂ ਨੇ ਆਪਣੇ ਵੱਖਰੇ ਵੱਖਰੇ ਕੈਲੰਡਰ ਬਣਾਏ ਨੇ, ਉਹਨਾਂ ਕੈਲੰਡਰਾਂ ਦੇ ਵਿੱਚ ਤਰਮੀਮਾਂ ਵੀ ਸਮੇਂ-ਸਮੇਂ ਦੇ ਨਾਲ ਕੋਈ ਲੋੜ ਅਨੁਸਾਰ ਕੀਤੀਆਂ ਜਾਂਦੀਆਂ ਨੇ। ਹਾਂਜੀ। ਸਾਡੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੋਈ ਤਰਮੀਮ ਕਰਨੀ ਹੋਵੇ ਤਾਂ ਉਹਦਾ ਉਹੀ ਤਰੀਕਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪ੍ਰਵਾਨ ਹੋਇਆ, ਫਿਰ ਉਹਨੂੰ ਐਗਜ਼ੈਕਟਿਵ ਨੇ ਪ੍ਰਵਾਨ ਕੀਤਾ, ਫਿਰ ਹਾਊਸ ਦੇ ਵੀ ਪ੍ਰਵਾਨ ਹੋਇਆ, ਫਿਰ ਮੁੱਖ ਸ਼ਖਸੀਅਤਾਂ ਨੇ ਉਸ ਨੂੰ ਉਹਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਸਾਰਾ ਉਹਦਾ ਉਦਘਾਟਨ ਕੀਤਾ, ਪ੍ਰਕਾਸ਼ਿਤ ਕੀਤੇ ਗਏ। ਪਰ ਇਹ ਰਾਤੋਂ ਰਾਤ ਹੀ ਇੱਕ ਦਿਨ ਇਸ ਤਰ੍ਹਾਂ ਦੇ ਕੰਮ ਹੋਣੇ, ਇਹ ਸਿੱਖ ਧਰਮ ਦੀਆਂ ਮਰਜ਼ਾਦਾ ਔਰ ਪਰੰਪਰਾ ਦੇ ਉਲਟ ਹੈ ਗੱਲ। ਕੌਣ ਪਿੱਛੇ ਕੰਮ ਕਰ ਰਹੇ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ, ਪਰ ਇਸ ਤਰ੍ਹਾਂ ਗੱਲ ਚੰਗੀ ਨਹੀਂ ਮੈਂ ਸਮਝਦਾ ਕਿ ਜੇ ਕੋਈ ਗੱਲ ਕਰਨੀ ਹੈ ਉਹ ਸਿਰ ਜੋੜ ਕੇ ਵਿਦਵਾਨ ਉਸ ਗੱਲ ਵਿੱਚ ਤਰਮੀਮ ਕਰ ਸਕਦੇ ਨੇ। ਕਿਸੇ ਇੱਕ ਬੰਦੇ ਨੂੰ ਕੋਈ ਹੱਕ ਨਹੀਂ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੋਈ ਜਾਂ ਉਹਨੂੰ ਰੱਦ ਕਰ ਦੇਵੇ ਜਾਂ ਕੋਈ ਤਰਮੀਮ ਕਰ ਦੇਵੇ ਜੀ। ਇਹ ਗਲਤ ਪਰੰਪਰਾ ਸ਼ੁਰੂ ਹੋ ਜਾਣਗੀਆਂ ਔਰ ਮਰਜ਼ਾਦਾ ਜਿਹੜੀ ਅਕਾਲ ਤਖ਼ਤ ਜਿਹੜੀ ਭਾਵਨਾ ਜਿਹੜੀ ਸ਼ਰਧਾ ਉਹ ਸਾਡਾ ਵਿਸ਼ਵਾਸ ਫਿਰ ਟੁੱਟ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੁਖਦਾਈ ਗੱਲਾਂ ਹੋਣਗੀਆਂ। ਜੀ ਜੀ। ਤੇ ਜਥੇਦਾਰ ਸਾਹਿਬ, ਜਿਸ ਤਰ੍ਹਾਂ ਕਾਫੀ ਸਾਰੀਆਂ ਸ਼ਕਤੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੀ ਵੱਖਰੀ ਹੋਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਹੋਣ ਨਹੀਂ ਦੇ ਰਹੀਆਂ, ਇਹ ਸਿੱਖ ਕੌਮ ਦੇ ਸਾਹਮਣੇ ਕਾਫੀ ਵੱਡੀ ਪ੍ਰੋਬਲਮ ਹੈ। ਪਰ ਇੱਕ ਹੋਰ ਵੱਡੀ ਪ੍ਰੋਬਲਮ ਇਸ ਵੇਲੇ ਪੰਜਾਬ 'ਚ ਚੱਲ ਰਹੀ ਹੈ, ਜਿਹੜੀ ਕਿ ਪੰਜਾਬ ਦੀ ਸਿੱਖ ਜਵਾਨੀ ਜਿਹੜੀ ਕਿ ਨਸ਼ਿਆਂ ਦਾ ਸ਼ਿਕਾਰ ਹੈ ਤੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਵੱਡੇ ਵੱਡੇ ਧਾਰਮਿਕ ਇਕੱਠ ਹੁੰਦੇ ਹਨ, ਜਥੇਦਾਰ ਸਾਹਿਬ ਮੇਲੇ ਵੀ ਲੱਗਦੇ ਹਨ, ਪਰ ਫਿਰ ਵੀ ਸਿੱਖੀ ਵਿੱਚ ਗਿਰਾਵਟ ਆ ਰਹੀ ਹੈ। ਇਸ ਰੁਝਾਨ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ, ਇਸ ਬਾਰੇ ਵੀ ਵਿਚਾਰ ਸਾਂਝੇ ਕਰੋ। ਜੇ ਅਸੀਂ ਸੱਚੇ ਦਿਲੋਂ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਹਾਂ, ਹੋ ਸਕਦਾ ਵਾ। ਹਾਂਜੀ। ਧਾਰਮਿਕ ਲੋਕ ਵੀ ਸਟੇਜਾਂ ਦੇ ਉੱਤੇ ਆ ਕੇ, ਰਾਜਨੀਤਿਕ ਵੀ ਆ ਕੇ ਆਪਣੀਆਂ ਗੱਲਾਂ ਸਮੇਂ ਦੀਆਂ ਕਰ ਜਾਂਦੇ ਨੇ ਔਰ ਵੱਡੇ ਵੱਡੇ ਲੋਕ ਨੇ ਜਿਹੜੇ ਨਸ਼ਿਆਂ ਦੀ ਤਸਕਰੀ ਕਰਵਾ ਰਹੇ ਨੇ ਔਰ ਕਰ ਰਹੇ ਨੇ। ਪਤਾ ਸਾਰੇ ਲੋਕਾਂ ਨੂੰ ਹੈ, ਪਰ ਅਸੀਂ ਬਿਲਕੁਲ ਬੇਸਲੇ ਹੋ ਗਏ ਹਾਂ। ਉਸ ਗੱਲ ਦੀ ਸਾਡੇ ਅੰਦਰ ਹਮਦਰਦੀ ਨਹੀਂ ਹੈ। ਜੇ ਸੱਚੇ ਦਿਲੋਂ ਅਸੀਂ ਬੀਬਾ ਜੀ ਕਰੀਏ ਵੀ ਨਸ਼ੇ ਤੋਂ ਬੱਚਿਆਂ ਨੂੰ ਰਹਿਤ ਕਰ ਸਕਦੇ ਹਾਂ, ਪਰ ਲੋਕ ਦਿਖਾਵਾ ਹੀ ਹੈ, ਕਹਿ ਕੇ ਇਸ ਸਟੇਜਾਂ ਤੋਂ ਚਲੇ ਜਾਂਦੇ ਨੇ, ਅਮਲ ਕੋਈ ਨਹੀਂ ਕਰਦਾ ਜੀ। ਲੋੜ ਹੈ ਸਮੇਂ ਦੀ ਬੱਚਿਆਂ ਨੂੰ ਸੰਭਾਲਣ ਦੀ, ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀ। ਜੇ ਅਸੀਂ ਆਪਣੇ ਬੱਚਿਆਂ ਨੂੰ ਨਾ ਸੰਭਾਲ ਸਕੇ ਤਾਂ ਆਉਣ ਵਾਲਾ ਭਵਿੱਖ ਸਾਡਾ ਬਹੁਤਾ ਚੰਗਾ ਨਹੀਂ ਹੋਏਗਾ ਔਰ ਸਾਡਾ ਭਵਿੱਖ ਤਾਂ ਹੀ ਉਜਲਾ ਹੋਵੇਗਾ ਜੇ ਨੌਜਵਾਨ ਬੱਚਿਆਂ ਨੂੰ ਆਪ ਧਰਮੀ ਬਣੋ, ਬੱਚਿਆਂ ਨੂੰ ਧਰਮੀ ਬਣਾਈਏ ਔਰ ਨਸ਼ਿਆਂ ਤੋਂ ਮੁਕਤ ਕਰੀਏ, ਬਾਣੇ ਨਾਲ ਜੋੜੀਏ, ਆਪਣੀ ਚੰਗੀ ਧਰਮ ਦੀ ਕਿਰਤ ਕਰੀਏ ਔਰ ਕੀਰਤੀ ਵੀ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਨ ਦਾ ਇਹ ਸਾਧਨ ਸਾਡਾ ਬਣਿਆ ਰਹੇ। ਫਿਰ ਅਸੀਂ ਸਿੱਖ ਕੌਮ ਜਿਹੜੀ ਤਰੱਕੀ ਕਰ ਸਕਦਾ। ਔਰ ਸਤਿਗੁਰੂ ਨੇ ਬੜਾ ਨਿਰਮਲ ਪੰਥ ਬਣਾਇਆ, ਬੜੀਆਂ ਬਹੁਤ ਹੀ ਉੱਚੀਆਂ ਸੁੱਚੀਆਂ ਪਰੰਪਰਾਵਾਂ ਔਰ ਸਿਧਾਂਤ ਸਿੱਖ ਧਰਮ ਨੂੰ ਸਤਿਗੁਰੂ ਜੀ ਨੇ ਪ੍ਰਦਾਨ ਕੀਤੇ ਨੇ। ਸਾਡਾ ਫਰਜ਼ ਬਣਦਾ ਹੈ ਔਰ ਸਿਆਣਿਆਂ ਬੰਦਿਆਂ ਦਾ ਵੀ ਸਿਰ ਜੋੜ ਕੇ ਇਹ ਨਸ਼ਾ ਮੁਕਤ ਜਿਹੜਾ ਹੈ ਉਹਦੀ ਕੋਈ ਲਹਿਰ ਚਲਾਈ ਜਾਵੇ, ਪਿੰਡ ਤੋਂ ਸ਼ੁਰੂ ਕੀਤੀ ਜਾਵੇ ਔਰ ਚੰਗੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਨਾਲ ਲੈ ਜਾਵੇ। ਚੰਗੀਆਂ ਬੀਬੀਆਂ ਭੈਣਾਂ ਪਿੰਡ 'ਚ ਹਰ ਨਗਰ 'ਚੋਂ ਮਿਲ ਜਾਂਦੀਆਂ ਨੇ, 5 4 ਨੌਜਵਾਨ ਚੰਗੇ ਮਿਲ ਸਕਦੇ ਨੇ, ਉਹਨਾਂ ਨੂੰ ਨਾਲ ਲਈਏ ਤਾਂ ਅਸੀਂ ਉਹ ਇਸ ਤੇ ਕਾਮਯਾਬ ਹੋ ਸਕਦੇ ਜੀ। ਤੇ ਜਥੇਦਾਰ ਸਾਹਿਬ, ਜਿਸ ਤਰ੍ਹਾਂ ਬਾਹਰਲੀਆਂ ਸਿੱਖ ਸੰਗਤਾਂ ਨੇ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕੀਤਾ, ਇਸੇ ਦੇ ਮੁਤਾਬਿਕ ਅਸੀਂ ਆਪਣੇ ਨਵੇਂ ਸਾਲ ਦਾ ਦਿਹਾੜਾ ਵੀ ਮਨਾ ਰਹੇ ਹਾਂ, ਪਰ ਕੀ ਗੋਲਡਨ ਟੈਂਪਲ ਦੇ ਵਿੱਚ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੇ ਵਿੱਚ ਕੋਈ ਪ੍ਰੋਗਰਾਮ ਕੀਤਾ ਜਾ ਰਿਹਾ, ਇਸ ਬਾਰੇ ਵੀ ਦੱਸੋ। ਇਹ ਕੱਲ ਮੰਜੀ ਸਾਹਿਬ ਨਵੇਂ ਸਾਲ ਦਾ ਜਿਹੜਾ ਆਰੰਭ ਸੀਗਾ, ਦੀਵਾਨ ਸਜਾਇਆ ਗਿਆ, ਕੀਰਤਨ ਹੋਏ ਨੇ ਤੇ ਇਹ ਨਵੇਂ ਸਾਲ ਦਾ ਹੀ ਅਸੀਂ ਇਹ ਮਨਾਇਆ ਗਿਆ ਜੀ ਜੀ। ਗੁਰਦੁਆਰਾ ਮੰਜੀ ਸਾਹਿਬ ਵਿਖੇ ਕੱਲ ਦੀਵਾਨ ਸਜੇ ਨੇ, ਕੀਰਤਨ ਹੋਇਆ ਔਰ ਨਵੇਂ ਸਾਲ ਦਾ ਇਹ ਪਾਵਨ ਦਿਹਾੜਾ ਆਰੰਭ, ਜਿਹੜਾ ਨਵੇਂ ਸਾਲ ਦਾ ਆਗਾਜ਼ ਹੋਇਆ, ਆਰੰਭ ਹੋਇਆ, ਉਹ ਮਨਾਇਆ ਗਿਆ ਜੀ ਜੀ।
ਤੇ ਵਿਦਾਂਤੀ ਸਾਹਿਬ ਜੀ, ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਇਸ ਨਵੇਂ ਸਾਲ ਦੇ ਮੌਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਇੱਕ ਵਾਰ ਫਿਰ ਤੋਂ TV 84 ਦੀ ਪੂਰੀ ਟੀਮ ਵੱਲੋਂ ਤੇ ਸਾਡੇ ਪੂਰੇ ਦਰਸ਼ਕਾਂ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਜੀ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਸਿੱਖ ਸੰਗਤਾਂ ਨੂੰ ਦੁਆਰਾ ਨਵੇਂ ਸਾਲ ਦੀ ਹਾਰਦਿਕ ਵਧਾਈ ਦਿੰਦਾ ਹਾਂ। ਨਾਨਕਸ਼ਾਹੀ ਕੈਲੰਡਰ ਸ਼ਰਧਾ ਭਾਵਨਾ ਦੇ ਨਾਲ ਇਸ ਤਰ੍ਹਾਂ ਹੀ ਉਹਨਾਂ ਦੇ ਮੁਤਾਬਕ ਦਿਹਾੜੇ ਮਨਾਉਣੇ ਚਾਹੀਦੇ ਜੀ। ਬਿਲਕੁਲ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.